ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਭਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾ ਸੰਭਾਲ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਕੀ ਬਾਰ ਮਹੱਲਾ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਾਨ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵਾਨ। ਸੁਣ ਸੱਜਣ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਾਨ। ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵਾਨ। ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ, ਜਿਸਨੋ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉ ਹੋਏ। ਸਤਿਗੁਰ ਨੋ ਜਿਹਾ ਕੋ ਇਛਦਾ, ਤੇਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੋਂ ਕਿਛ ਗੁਝਾ ਨਾ ਹੋਏ। ਪੌੜੀ। ਜਿਸਨੂੰ ਸਾਹਿਬ ਵੱਡਾ ਕਰੇ, ਸੋਈ ਵਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ, ਸੋ ਮੂੜ ਅਜਾਣੀ। ਜਿਸਨੋ ਸਤਿਗੁਰ ਮੇਲੇ, ਸੋ ਗੁਣ ਰਵੈ, ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਾਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ
ਮਨੁੱਖਾਂ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਸਤ ਸੰਗਤ ਦੀਆਂ ਘੜੀਆਂ ਨੂੰ ਪ੍ਰਾਪਤ ਕਰਦੇ ਹੋਏ ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਦੀ ਬਾਰ ਦੇ ਅੰਦਰ ਪੰਜਵੇਂ ਸ਼ਲੋਕ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ। ਸ਼ਲੋਕ ਮਹੱਲਾ ਚੌਥਾ। ਇਹ ਸ਼ਲੋਕ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਸਮਝਾ ਰਹੇ ਹਨ। ਸੁਣ ਸਾਜਣ ਪ੍ਰੇਮ ਸੰਦੇਸਰਾ, ਹੇ ਸਾਜਣ ਹੇ ਪਿਆਰਿਆ ਸੁਣ ਜੇ ਵਾਹਿਗੁਰੂ ਨੂੰ ਮਿਲਣਾ ਹੈ। ਸੁਣ ਸਾਜਣ ਪ੍ਰੇਮ ਸੰਦੇਸਰਾ ਕਿ ਹੇ ਸਾਜਣ ਸੱਜਣ ਪਿਆਰਿਆ ਸੁਣ ਜੇ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਪ੍ਰੇਮ ਕਰ। ਇਹੋ ਹੀ ਸੰਦੇਸਰਾ, ਇਹੋ ਹੀ ਤੈਨੂੰ ਸੁਨੇਹਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਇਸ ਜੀਵ ਨੂੰ ਸਮਝਾ ਰਹੇ ਹਨ। ਬੜੇ ਹੀ ਪਿਆਰ ਦੇ ਨਾਲ ਕਥਨ ਕਰਦੇ ਹਨ ਕਿ ਹੇ ਸਾਜਣ ਹੇ ਪਿਆਰਿਆ ਸੁਣ ਜੇ ਵਾਹਿਗੁਰੂ ਨੂੰ ਮਿਲਣਾ ਹੈ, ਪਰਮੇਸ਼ਰ ਨੂੰ ਮਿਲਣਾ ਹੈ ਤਾਂ ਪ੍ਰੇਮ ਸੰਦੇਸਰਾ ਪ੍ਰੇਮ ਕਰ। ਇਹੋ ਹੀ ਸੰਦੇਸਰਾ, ਇਹੋ ਹੀ ਸੁਨੇਹਾ ਹੈ। ਹੇ ਸਾਜਣ ਸੱਜਣ ਦੀ ਨਿਆਈ ਸਤਿਗੁਰੂ ਉਸ ਪਰਮੇਸ਼ਰ ਦਾ ਪ੍ਰੇਮ ਰੂਪੀ ਸੁਨੇਹਾ ਦਿਓ, ਕਿਉਂਕਿ ਸਾਡੀਆਂ ਅੱਖੀਂ ਤਾਰ ਲਗਨ, ਸਾਡੀਆਂ ਅੱਖਾਂ ਨੇਤਰਾਂ ਦੀਆਂ ਤਾਰੀਆਂ ਲਗਾਤਾਰ ਇੱਕ ਰਸ ਤੇਲ ਧਾਰਾ ਵੱਤ ਲੱਗੀਆਂ ਹੋਈਆਂ ਹਨ। ਭਾਵ ਤਰਾਟਸ ਸਾਧਨ ਵਾਂਗੂ ਬਿਰਤੀ ਜੁੜੀ ਹੋਈ ਹੈ। ਸਤਿਗੁਰੂ ਜੀ ਅਗਲੀ ਤੁਕ ਦੇ ਵਿੱਚ ਉੱਤਰ ਬਖਸ਼ਦੇ ਹਨ। ਉੱਤਰ ਦੇ ਵਿੱਚ ਸਮਝਾਉਂਦੇ ਹਨ। ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ। ਗੁਰ ਤੁਠੈ ਸੱਜਣ ਮੇਲਿਆ, ਜਿਨ੍ਹਾਂ ਤੇ ਸਤਿਗੁਰੂ ਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁੱਠੇ ਹਨ, ਪ੍ਰਸੰਨ ਹੋਏ ਹਨ, ਉਹਨਾਂ ਨੂੰ ਅਕਾਲ ਪੁਰਖ ਦੇ ਨਾਲ ਮੇਲ ਦਿੰਦਾ ਹੈ। ਜਨ ਨਾਨਕ ਸੁਖ ਸਵੰਨ, ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਨਾਲ ਮੇਲ ਦਿੱਤਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਕਿ ਉਹ ਜਨ ਉਹ ਦਾਸ ਸੁਖ ਸਵੰਨ, ਸੁਖ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸੌਂਦੇ ਹਨ, ਵਿਪਰਜਦੇ ਹਨ। ਭਾਵ ਉਹ ਸੁਖ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸੌਂਦੇ ਹਨ। ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ ਸਤਿਗੁਰੂ ਸਾਹਿਬ ਜੀ ਤਾਂ ਦਾਤਾਂ ਦੇ ਦੇਣ ਵਾਲੇ ਦਾਤੇ ਅਤੇ ਦਇਆਲ ਦਇਆ ਦੇ ਘਰ ਹਨ। ਸਤਿਗੁਰ ਦਾਤਾ ਦਇਆਲ ਹੈ। ਗੁਰੂ ਰਾਮਦਾਸ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਸਮਝਾ ਰਹੇ ਹਨ ਕਿ ਹੇ ਭਾਈ ਸਤਿਗੁਰੂ ਸਾਹਿਬ ਜੀ ਤਾਂ ਦਾਤਾਂ ਦੇ ਦੇਣ ਵਾਲੇ ਦਾਤੇ ਅਤੇ ਦਇਆਲ ਦਇਆ ਦੇ ਘਰ ਹਨ। ਜਿਸ ਨੂੰ ਦਇਆ ਸਦਾ ਹੋਏ, ਜਿਸ ਸਤਿਗੁਰੂ ਸਾਹਿਬ ਨੂੰ ਤਾਂ ਹਮੇਸ਼ਾ ਹੀ ਜੀਵਾਂ 'ਤੇ ਦਿਆਲਤਾ ਹੁੰਦੀ ਹੈ। ਜਿਸ ਸਤਿਗੁਰੂ ਸਾਹਿਬ ਨੂੰ ਤਾਂ ਹਮੇਸ਼ਾ ਹੀ ਜੀਵਾਂ 'ਤੇ ਦਿਆਲਤਾ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਦਾਤਾਂ ਦੇਣ ਵਾਲੇ ਦਾਤੇ ਅਤੇ ਦਇਆ ਦੇ ਘਰ ਹਨ। ਸਤਿਗੁਰ ਅੰਦਰੋਂ ਨਿਰਵੈਰ ਹੈ ਕਿ ਇਹ ਭਾਈ ਸਤਿਗੁਰੂ ਸਾਹਿਬ ਜੀ ਅੰਦਰੋਂ ਹਿਰਦੇ 'ਚੋਂ
ਨਿਰਵੈਰ ਬੈਰ ਤੋਂ ਰਹਿਤ ਹੈ। ਸਭ ਦੇਖੈ ਬ੍ਰਹਮ ਇੱਕ ਸੋਏ, ਕਿ ਸੋਏ ਉਹ ਤਾਂ ਸਾਰਿਆਂ ਵਿੱਚ ਇੱਕ ਅਦਵੈਤ ਰੂਪ ਵਿਆਪਕ ਪਰਮੇਸ਼ਰ ਨੂੰ ਹੀ ਦੇਖਦੇ ਹਨ, ਕਿ ਜਿਨ੍ਹਾਂ ਦੇ ਹਿਰਦੇ ਅੰਦਰ ਬੈਰ ਤੋਂ ਰਹਿਤ ਪਰਮੇਸ਼ਰ ਵਸ ਰਿਹਾ ਹੈ, ਕਿ ਉਹ ਜੀਵ ਦੂਸਰਿਆਂ ਦੇ ਅੰਦਰ ਇੱਕ ਪਰਮੇਸ਼ਰ ਨੂੰ ਹੀ ਵੇਖਦੇ ਹਨ। ਨਿਰਵੈਰੈ ਨਾਲ ਬੈਰ, ਨਿਰਵੈਰੈ ਨਾਲ ਜੇ ਬੈਰ ਚਲਾਏਂਦੇ, ਜਿਹੜੇ ਨਿਰਵੈਰਾਂ ਨਾਲ ਜੇ ਬੈਰ ਚਲਾਏਂਦੇ, ਜਿਹੜੇ ਨਿਰਵੈਰਾਂ ਬੈਰ ਤੋਂ ਰਹਿਤ ਵਾਲੇ ਨਾਲ ਬੈਰ ਦੀ ਗੱਲ ਚਲਾਉਂਦੇ ਹਨ, ਜਿਹੜੇ ਨਿਰਵੈਰ ਬੈਰ ਤੋਂ ਰਹਿਤ ਹੁੰਦੇ ਹਨ, ਕਿਸੇ ਨਾਲ ਬੈਰ ਨਹੀਂ ਕਰਦੇ ਤੇ ਉਹਨਾਂ ਨਾਲ ਬੈਰ ਦੀ ਗੱਲ ਕਰਦੇ ਹਨ, ਬੈਰ ਕਰਨਾ ਕਰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ, ਉਹਨਾਂ ਵਿੱਚੋਂ ਕੋਈ ਵੀ ਤਿਸ਼ਟਿਆ ਇਸਤਤ ਨਹੀਂ ਰਿਹਾ, ਟਿਕ ਕੇ ਨਹੀਂ ਰਿਹਾ। ਕਿਉਂ ਕਿ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਤਪੇ ਨੇ ਬੈਰ ਕੀਤਾ ਸੀ, ਵਿਰੋਧ ਕੀਤਾ ਸੀ, ਉਸ ਨੂੰ ਵੀ ਇੱਥੋਂ ਜਾਣਾ ਪਿਆ, ਭਾਵ ਮੌਤ ਦੇ ਘਾਟ ਉਤਰਨਾ ਪਿਆ। ਜਿਵੇਂ ਖੰਡੂਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨਿਵਾਸ ਕਰਦੇ ਸਨ, ਉੱਥੇ ਇੱਕ ਗੁਰੂ ਘਰ ਦਾ ਦੋਖੀ ਪਖੰਡੀ ਤਪਾ ਵੀ ਰਹਿੰਦਾ ਸੀ। ਕੁਦਰਤੀ ਤੌਰ 'ਤੇ ਬਾਰਿਸ਼ ਕਾਫੀ ਸਮੇਂ ਤੋਂ ਨਾ ਪਈ ਖੰਡੂਰ ਸਾਹਿਬ। ਜਦੋਂ ਤਪੇ ਦੇ ਚੇਲਿਆਂ ਨੇ ਇਕੱਠੇ ਹੋ ਕੇ ਬਾਰਿਸ਼ ਨਾ ਪੈਣ ਦਾ ਕਾਰਨ ਪੁੱਛਿਆ ਤਪੇ ਨੂੰ, ਤਾਂ ਜੱਟਾਂ ਦੇ ਇਸ ਸਵਾਰਥ ਤੋਂ ਲਾਭ ਉਠਾਇਆ ਤਪੇ ਨੇ। ਤਪਾ ਖਹਿਰਾ ਜੱਟਾਂ ਨੂੰ ਕਹਿਣ ਲੱਗਿਆ ਕਿ ਗੁਰੂ ਅੰਗਦ ਸਾਹਿਬ ਜੀ ਪਰਿਵਾਰ ਸਮੇਤ ਖੰਡੂਰ ਸਾਹਿਬ ਰਹਿੰਦੇ ਹਨ, ਮੀਂਹ ਕਿੱਥੋਂ ਭਾਲਦੇ ਹੋ, ਕਿ ਮੀਂਹ ਕਿਵੇਂ ਪਊਗਾ ਜਦੋਂ ਇਸ ਨੂੰ ਪਿੰਡ ਦੇ ਵਿੱਚ ਪਰਿਵਾਰ ਸਮੇਤ ਰੱਖੀ ਬੈਠੇ ਹੋ। ਤੁਸੀਂ ਤਾਂ ਮੇਰੇ ਚੇਲੇ ਹੋ, ਜੱਟਾਂ ਦੇ ਲੜਕਿਆਂ ਨੂੰ ਬੱਚਿਆਂ ਨੂੰ ਕਹਿਣ ਲੱਗਿਆ, ਤੁਸੀਂ ਤਾਂ ਮੇਰੇ ਚੇਲੇ ਹੋ। ਸਿੱਖ ਸੰਗਤਾਂ ਗੁਰੂ ਜੀ ਨੂੰ ਦੂਰੋਂ ਦੂਰੋਂ ਆ ਕੇ ਮੰਨਦੀਆਂ ਹਨ। ਜੱਟਾਂ ਨੇ ਕਿਹਾ, ਜੱਟਾਂ ਦੇ ਲੜਕਿਆਂ ਨੇ ਕਿਹਾ, ਤਪਾ ਜੀ ਠੀਕ ਹੈ ਗੱਲ, ਜੇ ਤੁਹਾਡਾ ਵਚਨ ਇਹ ਸੱਤ ਹੈ ਕਿ ਅੰਗਦ ਦੇਵ ਨੂੰ ਇੱਥੇ ਰੱਖ ਕੇ ਮੀਂਹ ਨਹੀਂ ਪੈਂਦਾ, ਇਹ ਜੇ ਗੱਲ ਤੁਹਾਡੀ ਸੱਚ ਹੈ, ਇਸ ਕਰਕੇ ਮੀਂਹ ਨਹੀਂ ਪੈਂਦਾ। ਸਾਰੇ ਖਹਿਰੇ ਜੱਟ ਇਕੱਠੇ ਹੋ ਕੇ ਕਹਿਣ ਲੱਗੇ, ਮਹਾਰਾਜ ਮੀਂਹ ਨਹੀਂ ਪੈਂਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਆਪ ਇੱਥੋਂ ਚਲੇ ਜਾਓ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮੀਂਹ ਤਾਂ ਆਪੇ ਹੀ ਪੈ ਜਾਏਗਾ। ਸਤਿਗੁਰਾਂ ਨੂੰ ਕੁਝ ਬੋਲੇ, ਖਹਿਰਿਆਂ ਦੇ ਮੁੰਡੇ ਤੇ ਖਹਿਰੇ ਕੁਝ ਬੋਲੇ, ਕਹਿੰਦੇ ਬਹੁਤੀਆਂ ਗੱਲਾਂ ਨਹੀਂ ਜਾਣਦੇ ਅਸੀਂ, ਸਾਡੇ ਤਪੇ ਗੁਰੂ ਦਾ ਵਚਨ ਹੈ ਕਿ ਗੁਰੂ ਅੰਗਦ ਨੂੰ ਕੱਢ ਦਿਓ ਤਾਂ ਇੱਥੇ ਮੀਂਹ ਪੈ ਜਾਏਗਾ। ਸਤਿਗੁਰੂ ਜੀ ਕਹਿਣ ਲੱਗੇ, ਜੇ ਸਾਡੇ ਜਾਣ ਨਾਲ ਮੀਂਹ ਪੈ ਸਕਦਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਸੰਗਤਾਂ ਗੁਰੂ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਬਿਠਾ ਕੇ ਤੁਰ ਪਈਆਂ। ਬਾਬਾ ਬੁੱਢਾ ਜੀ ਨੂੰ ਨਾਰਾਜ਼ਗੀ ਹੋਈ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤਪੇ ਨੇ ਖਹਿਰਿਆਂ ਤੋਂ ਬਾਹਰ ਕਢਾ ਦਿੱਤਾ, ਖੰਡੂਰ ਸਾਹਿਬ ਤੋਂ। ਤਾਂ ਸੰਗਤਾਂ ਗੁਰੂ ਜੀ ਨੂੰ ਸੁੰਦਰ ਪਾਲਕੀ ਵਿੱਚ ਬਿਠਾ ਕੇ ਤੁਰ ਪਈਆਂ। ਬਾਬਾ ਬੁੱਢਾ ਜੀ ਨੂੰ ਨਾਰਾਜ਼ਗੀ ਆਈ, ਪਰ ਫਿਰ ਵੀ ਸਤਿਗੁਰਾਂ ਦਾ ਰੁੱਖ ਵੇਖ ਕੇ ਚੁੱਪ ਕਰ ਗਏ ਬਾਬਾ ਬੁੱਢਾ ਜੀ। ਉਸੇ ਵਕਤ ਗੁਰੂ ਅੰਗਦ ਸਾਹਿਬ ਜੀ ਖਾਨਪੁਰ ਦੀ ਛਾਪੜੀ ਝਿੜੀ ਦੇ ਵਿੱਚ ਜਾ ਬੈਠੇ ਅਤੇ ਉੱਥੇ ਮੰਗਲ ਲਾਉਣ ਲੱਗ ਪਏ। ਉੱਥੇ ਸੰਗਤਾਂ ਇਕੱਠੀਆਂ ਹੋਣ ਲੱਗ ਗਈਆਂ, ਦੀਵਾਨ ਲੱਗਣ ਲੱਗ ਪਏ ਤੇ ਕੀਰਤਨ ਹੋਣ ਲੱਗ ਪਿਆ। ਸੰਗਤਾਂ ਕੀਰਤਨ ਕਰਦੀਆਂ ਸਨ, ਉੱਥੇ ਲੰਗਰ ਚੱਲ ਰਹੇ ਸਨ। ਇਸ ਪ੍ਰਕਾਰ ਜਦੋਂ ਸਮਾਂ ਗੁਜ਼ਰਿਆ, ਟਾਈਮ ਲੰਘਿਆ, ਗੁਰੂ ਅਮਰਦਾਸ ਸਾਹਿਬ ਜੀ
ਗੋਇੰਦਵਾਲ ਸੇਵਾ ਵਿੱਚ ਗਏ ਹੋਏ ਸੀ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸੇਵਾ ਵਿੱਚ ਗਏ ਹੋਏ ਸੀ। ਜਦੋਂ ਗੋਇੰਦਵਾਲ ਤੋਂ ਆ ਕੇ ਵੇਖਿਆ ਕਿ ਗੁਰੂ ਸਾਹਿਬ ਤੇ ਕੋਈ ਸਿੱਖ ਨਜ਼ਰ ਨਹੀਂ ਆਉਂਦਾ ਖਡੂਰ ਸਾਹਿਬ ਦੇ ਵਿੱਚ, ਨਗਰ ਦੇ ਇੱਕ ਸਿੱਖ ਨੂੰ ਪੁੱਛਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਕਿ ਸਤਿਗੁਰੂ ਜੀ ਨੂੰ ਕੋਈ ਕਾਰਜ ਪੈ ਗਿਆ, ਕੋਈ ਕੰਮ ਹੋ ਗਿਆ, ਇੱਥੋਂ ਚਲੇ ਗਏ ਹਨ। ਕਹਿਣ ਲੱਗਿਆ ਕਿ ਜਿਸ ਕਰਕੇ ਇੱਥੋਂ ਚਲੇ ਗਏ ਹਨ ਕੋਈ ਕਾਰਜ, ਕੋਈ ਕੰਮ ਹੋਏਗਾ। ਤਾਂ ਉਹ ਸੱਜਣ, ਉਹ ਸਿੱਖ ਕਹਿਣ ਲੱਗਿਆ ਕਿ ਤਪਾ ਜੀ ਨੇ ਈਰਖਾ ਕਰਕੇ ਗੁਰੂ ਸਾਹਿਬ ਜੀ ਨੂੰ ਕਢਵਾ ਦਿੱਤਾ ਖਡੂਰ ਸਾਹਿਬ ਦੇ ਵਿੱਚੋਂ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਈਰਖਾ ਕਿਸ ਵਾਸਤੇ ਕੀਤੀ? ਕਹਿੰਦੇ ਮੀਂਹ ਨਹੀਂ ਪੈਂਦਾ ਸੀ। ਉਧਰ ਤਪੇ ਨੇ ਬੜੇ ਜੰਤਰ ਮੰਤਰ ਕੀਤੇ ਕਿ ਮੀਂਹ ਪੈ ਜਾਵੇ, ਮੀਂਹ ਪਵੇ ਨਾ। ਜੱਟਾਂ ਦੀ ਪੰਚਾਇਤ ਸੋਗ ਵਿੱਚ ਬੈਠੀ ਕਿ ਹੁਣ ਤੱਕ ਮੀਂਹ ਨਹੀਂ ਪਿਆ। ਗੁਰੂ ਸਾਹਿਬ ਜੀ ਨੂੰ ਵੀ ਕਢਵਾ ਦਿੱਤਾ ਹੈ, ਮੀਂਹ ਫੇਰ ਵੀ ਨਹੀਂ ਪਿਆ। ਗੁਰੂ ਅਮਰਦਾਸ ਜੀ ਨੇ ਪੰਚਾਇਤ ਕੋਲ ਆ ਕੇ ਕਿਹਾ, ਜੱਟੋ ਗੁਰੂ ਸਾਹਿਬ ਜੀ ਨੂੰ ਕੱਢ ਦਿੱਤਾ, ਹੁਣ ਕਿਹੜਾ ਮੀਂਹ ਪੈ ਗਿਆ? ਉਸ ਵੇਲੇ ਖਹਿਰੇ ਜੱਟਾਂ ਨੇ ਕਿਹਾ ਕਿ ਅਸੀਂ ਤਾਂ ਤਪੇ ਦਾ ਬਚਨ ਮੰਨਿਆ ਸੀ, ਉਸ ਦਾ ਬਚਨ ਮੰਨ ਕੇ ਗੁਰੂ ਸਾਹਿਬ ਨੂੰ ਖਡੂਰ ਸਾਹਿਬ 'ਚੋਂ ਕੱਢਿਆ ਸੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਮੀਂਹ ਹੁਣ ਤੱਕ ਨਹੀਂ ਆਇਆ। ਗੁਰੂ ਅਮਰਦਾਸ ਜੀ ਫਿਰ ਕਹਿਣ ਲੱਗੇ ਕਿ ਦਿਨ ਥੋੜ੍ਹਾ ਰਹਿੰਦਾ ਹੈ। ਤੁਸੀਂ ਤਾਂ ਕਹਿੰਦੇ ਸੀ ਗੁਰੂ ਅੰਗਦ ਦੇਵ ਜੀ ਨੇ ਮੀਂਹ ਨਹੀਂ ਪਵਾਇਆ, ਮੀਂਹ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਵੀ ਪਵਾ ਸਕਦੇ ਹਨ। ਫਿਰ ਜੱਟ ਕਹਿਣ ਲੱਗੇ ਖਹਿਰੇ ਕਿ ਮੀਂਹ ਪਵਾਓ, ਝੱਟ ਹੀ ਤਿਆਰ ਹੋ ਗਏ, ਮਗਰ ਲੱਗ ਗਏ ਗੁਰੂ ਅਮਰਦਾਸ ਮਹਾਰਾਜ ਜੀ ਦੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਤਪੇ ਨੂੰ ਡੇਰਿਓਂ ਬਾਹਰ ਕੱਢੋ, ਮੀਂਹ ਹੁਣੇ ਪੈ ਜਾਏਗਾ। ਜਿਹੜਾ ਤਪਾ ਹੈ ਇਸ ਨੂੰ ਡੇਰੇ ਦੇ ਵਿੱਚੋਂ ਬਾਹਰ ਕੱਢੋ, ਮੀਂਹ ਪੈਣ ਲੱਗ ਜਾਏਗਾ। ਜੱਟਾਂ ਨੇ ਕਿਹਾ ਚਲੋ ਤਪਾ ਜੀ ਕੋਲ ਗਏ ਕਿ ਤਪਾ ਜੀ ਨੂੰ ਕਹਿਣ ਲੱਗੇ ਤਪਾ ਜੀ ਚੱਲੋ ਬਾਹਰ ਦਰਸ਼ਨ ਦਿਓ। ਤਪਾ ਉੱਠੇ ਨਾ ਡੇਰੇ ਦੇ ਵਿੱਚੋਂ, ਮੱਲੋ ਮੱਲੀ ਜੱਟਾਂ ਨੇ ਬਾਹਾਂ ਤੋਂ ਤੇ ਲੱਤਾਂ ਤੋਂ ਫੜ ਕੇ ਬਾਹਰ ਕੱਢ ਲਿਆ ਤੇ ਚੇਲੇ ਸਭ ਭੱਜ ਗਏ। ਜਦੋਂ ਡੇਰੇ 'ਚੋਂ ਘੜੀਸ ਕੇ ਲਿਆਂਦਾ ਤਪਾ, ਉਸ ਵੇਲੇ ਬੱਦਲ ਹੋਇਆ ਕੋਈ। ਫਿਰ ਜਿਸ ਬੱਦਲ ਹੋਇਆ ਉਸ ਤੋਂ ਬਾਅਦ ਕਹਿਣ ਲੱਗੇ ਮਹਾਰਾਜ ਮੀਂਹ ਤਾਂ ਪਿਆ ਨਹੀਂ, ਤੁਸੀਂ ਕਹਿੰਦੇ ਸੀ ਮੀਂਹ ਪਊਗਾ। ਕਹਿੰਦਾ ਮੀਂਹ ਉੱਥੇ ਪਊਗਾ ਜਿੱਥੇ ਇਸ ਨੂੰ ਜਿਹੜੇ ਖੇਤ ਦੇ ਵਿੱਚ ਲੈ ਕੇ ਜਾਓਗੇ, ਜਿਸ ਖੇਤ ਦੇ ਵਿੱਚ ਇਹ ਜਾਏਗਾ ਉੱਥੇ ਮੀਂਹ ਪਏਗਾ ਤੇ ਉੱਥੇ ਹੀ ਮੀਂਹ ਪਵੇਗਾ। ਅਖੀਰ ਵਿੱਚ ਕਹਿੰਦੇ ਜੇ 1-2 ਮਰਿਆਂ ਪਿੰਡ ਵਸ ਜਾਏ। ਖਹਿਰੇ ਕਹਿਣ ਲੱਗੇ ਜੇ 1-2 ਮਰਿਆਂ ਪਿੰਡ ਵਸ ਜਾਏ, ਜੇ ਇਹ ਤਪਾ ਮਰ ਜਾਏਗਾ ਫਿਰ ਮੀਂਹ ਪੈ ਜਾਏ, ਇਦੋਂ ਚੰਗਾ ਕੀ ਹੈ। ਭਾਈ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਬਲਦਾਂ ਵਾਂਗੂ ਪੰਜਾਲੀ ਵਿੱਚ ਜੋੜ ਲਿਆ, ਇਤਨੀ ਕੁ ਹੀ ਵਿਸ਼ੇਸ਼ਤਾ ਕੀਤੀ ਹੈ। ਪਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਜੱਟਾਂ ਨੇ ਧੂ ਕੇ ਮਾਰ ਦਿੱਤਾ। ਕੋਈ ਕਿਸੇ ਆਪਦੇ ਖੇਤ ਵਿੱਚ ਲਿਜਾਵੇ, ਬਲਦਾਂ ਮਗਰ ਘੜੀਸ ਕੇ ਲੈ ਗਏ। ਇੱਕ ਦੂਸਰੇ ਨਾਲ ਲੜਾਈ ਵੀ ਹੋਈ, ਕਹਿੰਦੇ ਸਾਡੇ ਖੇਤ ਵਿੱਚ ਮੀਂਹ ਪਵੇ। ਜਦੋਂ ਤਪਾ ਮਰ ਗਿਆ, ਸਾਰੇ ਪੂਰਾ ਮੀਂਹ ਪਿਆ ਤੇ ਜਦੋਂ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੱਲ ਨੂੰ ਤੁਰਨ ਲੱਗੇ ਤਾਂ ਜੱਟਾਂ ਨੇ ਵੀ ਨਾਲ ਹੀ ਗੁਰੂ ਜੀ ਨੂੰ ਮਨਾਉਣ ਵਾਸਤੇ ਤਿਆਰੀ ਕਰ ਲਈ। ਜਦੋਂ ਖਾਨਪੁਰ ਦੀ ਢਾਬ ਦੇ ਨੇੜੇ ਪਹੁੰਚੇ ਗੁਰੂ ਅਮਰਦਾਸ ਜੀ ਤੇ ਖਹਿਰੇ ਜੱਟਾਂ ਦੀ ਪੰਚਾਇਤ, ਤਾਂ ਗੁਰੂ ਜੀ ਦਾ ਮੁਖੜਾ ਸਾਹਮਣੇ ਸੀ, ਸੰਗਤ ਬੰਨੀ। ਗੁਰੂ ਅਮਰਦਾਸ ਮਹਾਰਾਜ ਜੀ ਬੰਨੀ ਮੂੰਹ ਸੀ। ਗੁਰੂ ਅਮਰਦਾਸ ਜੀ ਨੂੰ ਵੇਖ ਕੇ ਚਿਹਰਾ ਮੁਖੜਾ ਦੂਸਰੇ ਪਾਸੇ ਕਰ ਲਿਆ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਪਾਸੇ ਮੂਹਰੇ ਹੋਏ ਤਾਂ ਤੀਸਰੇ ਪਾਸੇ ਨੂੰ ਮੂੰਹ ਫੇਰ ਲਿਆ, ਫਿਰ ਚੌਥੇ ਪਾਸੇ ਮੂੰਹ ਕਰ ਲਿਆ।
ਤਾਂ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਕੀ ਅਵੱਗਿਆ ਹੋ ਗਈ ਹੈ। ਤਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਤਪੇ ਨੂੰ ਦੰਡ ਕਿਉਂ ਦਿੱਤਾ? ਉਹ ਆਪਣੇ ਆਪ ਕੀਤੇ ਦਾ ਆਪੇ ਕਰਮ ਫਲ ਭੋਗਦਾ, ਤੁਹਾਡੇ ਲਈ ਯੋਗ ਨਹੀਂ। ਇਹ ਤੁਸੀਂ ਗਲਤ ਕੀਤਾ ਹੈ ਕਿ ਇਹ ਤੁਸੀਂ ਤਪੇ ਨੂੰ ਜਿਹੜਾ ਦੰਡ ਲਾਇਆ ਹੈ। ਤੁਹਾਡੇ ਵਿੱਚ ਥੋੜ੍ਹੀ ਜਿਹੀ ਕਰਾਮਾਤ ਹੋ ਗਈ, ਜਰ ਨਹੀਂ ਸਕੇ ਤੁਸੀਂ ਕਰਾਮਾਤ ਨੂੰ। ਤੁਸੀਂ ਆਪਣੀ ਤਾਕਤ ਦੇ ਨਾਲ ਕਿਉਂ ਦੰਡ ਦਿੱਤਾ ਉਸ ਤਪੇ ਨੂੰ? ਆਪੇ ਦਰਗਾਹ ਵਿੱਚ ਦੁੱਖ ਪਾਉਂਦਾ। ਉਸੇ ਵੇਲੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਕੀ ਕਸੂਰ ਹੈ? ਅਮਰਦਾਸ ਦਾ ਕੀ ਕਸੂਰ ਹੈ? ਮੇਰੇ ਅੰਦਰ ਵੀ ਖਿਆਲ ਆਇਆ ਸੀ ਕਿ ਤਪੇ ਨੇ ਤੁਹਾਨੂੰ ਬਾਹਰ ਕਢਾ ਦਿੱਤਾ ਹੈ, ਕੋਈ ਕਰਾਮਾਤ ਵਰਤਾਉਣੀ ਚਾਹੀਦੀ ਹੈ ਕਿ ਇਹ ਲੋਕ ਬੇਅਦਬੀ ਕਰਦੇ ਹਨ। ਫਿਰ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਆ ਸੀ। ਇਉਂ ਗੁਰੂ ਅੰਗਦ ਸਾਹਿਬ ਜੀ ਨੂੰ ਨਿਰਵੈਰ ਦੱਸਦੇ ਹਨ ਕਿ ਕਿਸੇ ਨਾਲ ਵੈਰ ਨਹੀਂ ਕਰਦੇ ਸਨ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਸਾਹਿਬ ਜੀ ਤਾਂ ਸਾਰਿਆਂ ਦਾ ਹੀ ਭਲਾ ਚੰਗਾ ਭਾਵ ਸੁੱਖ ਮਨਾਉਣਾ ਕਰਦੇ ਹਨ। ਇਸ ਕਰਕੇ ਤਿਸ ਦਾ ਬੁਰਾ ਕਿਉਂ ਹੋਏ? ਇਸ ਕਰਕੇ ਤਿੰਨਾਂ ਸਤਿਗੁਰਾਂ ਦਾ ਬੁਰਾ ਕਿਵੇਂ ਹੋ ਸਕਦਾ ਹੈ? ਜੋ ਸਤਿਗੁਰੂ ਸਾਰਿਆਂ ਦਾ ਭਲਾ ਮਨਾਉਂਦੇ ਹਨ ਕਿ ਇਹ ਸਤਿਗੁਰਾਂ ਦਾ ਬੁਰਾ ਕੋਈ ਕਿਵੇਂ ਕਰ ਸਕਦਾ ਹੈ? ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਗੁਰਸਿੱਖਾਂ ਦੀ ਅਰਦਾਸ ਹੈ ਕਿ ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਜੀ ਸਭ ਦਾ ਭਲਾ ਮਨਾਉਂਦੇ ਹਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਸਰਬੱਤ ਦੇ ਭਲੇ ਦੀ ਗੱਲ ਕਰਦੇ ਸਨ। ਸਤਿਗੁਰਾਂ ਨੋ ਜੇਹਾ ਕੋ ਇੱਛਦਾ ਤੇਹਾ ਫਲ ਪਾਏ। ਸਤਿਗੁਰਾਂ ਨੂੰ ਜਿਹੋ ਜਿਹਾ ਕੋਈ ਇੱਛਾ ਕਰਕੇ ਭਾਵਨਾ ਕਰਕੇ ਚਾਹੁੰਦਾ ਹੈ, ਤੇਹਾ ਫਲ ਪਾਏ। ਜਿਹੋ ਜਿਹਾ ਕੋਈ ਫਲ ਪਾਉਂਦਾ, ਤਿਹੋ ਜਿਹਾ ਕੋਈ ਫਲ ਪਾਉਂਦਾ ਹੈ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ, ਕਿ ਸਤਿਗੁਰਾਂ ਨੂੰ ਜਿਹੋ ਜਿਹੀ ਕੋਈ ਇੱਛਾ ਕਰਕੇ ਭਾਵਨਾ ਕਰਕੇ ਚਾਹੁੰਦਾ ਹੈ, ਤਿਹੋ ਜਿਹਾ ਕੋਈ ਫਲ ਪਾਉਂਦਾ ਹੈ। ਨਾਨਕ ਕਰਤਾ ਸਭ ਕਿਛ ਜਾਣਦਾ, ਜਦੋਂ ਕਿਛ ਗੁੱਝਾ ਨਾ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਕਰਤਾ ਪੁਰਖ ਸਭ ਕੁਝ ਜਾਣਦਾ ਹੈ। ਜਿੱਦੂ ਜਿਸ ਵਾਹਿਗੁਰੂ ਤੋਂ ਕੁਝ ਵੀ ਗੁੱਝਾ, ਕੁਝ ਵੀ ਲੁਕਿਆ ਨਹੀਂ ਹੋਇਆ। ਨਾਨਕ ਕਰਤਾ ਸਭ ਕਿਛ ਜਾਣਦਾ। ਸਤਿਗੁਰੂ ਜੀ ਕਥਨ ਕਰਦੇ ਹਨ, ਕਰਤਾ ਪੁਰਖ ਅਕਾਲ ਪੁਰਖ ਸਾਰਾ ਕੁਝ ਜਾਣ ਰਿਹਾ ਹੈ। ਜਿੱਦੋਂ ਕੁਛ ਗੁੱਝਾ ਨਾ ਹੋਏ, ਜਿਸ ਵਾਹਿਗੁਰੂ ਤੋਂ ਕੁਝ ਵੀ ਗੁੱਝਾ ਲੁਕਿਆ ਨਹੀਂ ਹੋਇਆ। ਪੌੜੀ ਜਿਸਨੂੰ ਸਾਹਿਬ ਵੱਡਾ ਕਰੇ, ਜਿਸਨੂੰ ਸਾਹਿਬ ਮਾਲਕ ਪਰਮੇਸ਼ਰ ਵੱਡਾ ਕਰਦਾ ਹੈ, ਸੋਈ ਵੱਡ ਜਾਣੀ, ਉਹੀ ਸਾਰਿਆਂ ਤੋਂ ਵੱਡਾ ਭਾਵ ਸ੍ਰੇਸ਼ਟ ਜਾਣੀਦਾ ਹੈ। ਪੌੜੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਸਾਹਿਬ ਮਾਲਕ ਵੱਡਾ ਕਰਦਾ ਹੈ, ਉਹੀ ਸਾਰਿਆਂ ਤੋਂ ਵੱਡਾ ਭਾਵ ਸ੍ਰੇਸ਼ਟ ਜਾਣੀਦਾ ਹੈ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ, ਸੋ ਸਾਹਿਬ ਮਨ ਭਾਣੀ, ਕਿ ਮਾਲਕ ਪਰਮੇਸ਼ਰ ਜਿਸ ਨੂੰ ਚਾਹੇ ਉਸ ਨੂੰ ਬਖਸ਼ ਲੈਂਦਾ ਹੈ। ਉਹ ਮਾਲਕ ਪਰਮੇਸ਼ਰ ਦੇ ਮਨ ਵਿੱਚ ਭਾਉਂਦਾ ਹੈ। ਜਿਸ ਨੂੰ ਬਖਸ਼ਣਾ ਹੈ, ਉਹੀ ਮਾਲਕ ਦੇ ਮਨ ਵਿੱਚ ਚੰਗਾ ਲੱਗਦਾ ਹੈ। ਜੇ ਕੋ ਉਸ ਕੀ ਰੀਸ ਕਰੇ, ਸੋ ਮੂੜ ਅਜਾਣੀ। ਜੇਕਰ ਕੋਈ ਉਸ ਗੁਰਮੁਖ ਦੀ ਬਰਾਬਰੀ ਕਰੇ ਤਾਂ ਉਹ ਮੂਰਖ ਅਗਿਆਤ ਹੈ। ਵਿਵਹਾਰ ਵੱਲੋਂ ਮੂਰਖ ਤੇ ਪਰਮਾਰਥ ਵੱਲੋਂ ਅਣਜਾਣ ਹੈ। ਜਿਸ ਨੂੰ ਪਰਮੇਸ਼ਰ ਬਖਸ਼ਦਾ ਹੈ, ਜੇਕਰ ਉਸ ਗੁਰਮੁਖ ਦੀ ਕੋਈ ਰੀਸ ਕਰੇ, ਉਹ ਮੂਰਖ ਅਗਿਆਤ ਹੈ।
ਵਿਵਹਾਰ ਵੱਲੋਂ ਮੂਰਖ ਤੇ ਪਰਮਾਰਥ ਵੱਲੋਂ ਅਣਜਾਣ ਹੈ। ਜਿਸਨੋ ਸਤਿਗੁਰ ਮੇਲੇ ਸੋ ਗੁਣ ਰਵੈ। ਜਿਸ ਨੂੰ ਸਤਿਗੁਰੂ ਸਾਹਿਬ ਜੀ ਆਪਣੇ ਨਾਲ ਮੇਲ ਲੈਂਦਾ ਹੈ ਸੋ ਗੁਣ ਰਵੈ, ਉਹ ਮਹਾਰਾਜ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਜਿਸ ਨੂੰ ਸਤਿਗੁਰੂ ਜੀ ਪੂਰਨ ਗੁਰੂ ਆਪਣੇ ਨਾਲ ਮੇਲ ਲੈਂਦੇ ਹਨ, ਉਹ ਮਹਾਰਾਜ ਅਕਾਲ ਪੁਰਖ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ ਅਤੇ ਗੁਣ ਆਖ ਬਖਾਣੀ ਪਰਮੇਸ਼ਰ ਦੇ ਗੁਣਾਂ ਨੂੰ ਆਖ ਕੇ ਅਖਿਆਣਾ ਦੁਆਰਾ ਬੋਲਣੇ ਦਾ ਦੁਆਰਾ ਕਥਨ ਕਰਦਾ ਹੈ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਹੈ। ਨਾਨਕ ਸੱਚਾ ਸੱਚ ਹੈ, ਬੁੱਝ ਸੱਚ ਸਮਾਣੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੱਚਾ ਪਰਮੇਸ਼ਰ ਸੱਚ ਸਰੂਪ ਹੈ। ਜਿਹੜਾ ਗੁਰਾਂ ਦੁਆਰਾ ਸਮਝ ਗਿਆ ਹੈ ਕਿ ਪਰਮੇਸ਼ਰ ਸੱਚ ਸਰੂਪ ਹੈ, ਉਸ ਦੀ ਬਿਰਤੀ ਸੱਚ ਸਰੂਪ ਵਿੱਚ ਸਮਾਈ ਜਾਂਦੀ ਹੈ। ਸ਼ਲੋਕ ਮਹੱਲਾ ਚੌਥਾ। ਹਾਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇਕ ਮਨ ਇਕ ਚਿੱਤ, ਤਿਨ ਲੱਥਾ ਹਉਮੈ ਭਾਰ। ਜਿਨ ਗੁਰਮੁਖ ਹਰਿ ਅਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੋ ਫਿਟ ਫਿਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰਖਣਹਾਰ। ਧੰਨ ਧੰਨ ਗੁਰੂ ਗੁਣ ਗਾਵਦਾ, ਜਿਸਨੋ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜੀਆਂ, ਆਪੇ ਆਕਾਸ, ਵਿੱਚ ਆਪੇ ਜੰਤ ਉਪਾਇਨ। ਮੁਖ ਆਪੇ ਦੇ ਗਰਾਸ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਏ ਤੂੰ, ਸਾਬ ਕਿਲ ਵਿਖ ਕੱਟੇ ਤਾਸ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੈ। ਜੋ ਤਦ ਸੱਚ ਸਲਾਹੰਦੇ, ਤੈਨ ਜਮ ਕੰਕਰ ਨੇੜ ਨਾ ਆਵੈ। ਤਿਨ ਕੇ ਮੁਖ ਦਰ ਉਜਲੇ, ਜਿਨ ਹਰ ਹਿਰਦੈ ਸੱਚਾ ਭਾਵੈ। ਕੁੜਿਆਰ ਪਿਛਾਹਾ ਸੱਟੀਅਨ, ਕੂੜ ਹਿਰਦੈ ਕਪਟ ਮਹਾ ਦੁਖ ਪਾਵੈ। ਮੂੰਹ ਕਾਲੇ ਕੁੜਿਆਰੀਆਂ, ਕੁੜਿਆਰ ਕੂੜੋ ਹੋਏ ਜਾਵੈ। ਮਹਾਰਾਜ ਜੀ ਗੁਰੂ ਰਾਮਦਾਸ ਜੀ ਸ਼ਲੋਕ ਦੇ ਵਿੱਚ ਤੇ ਪੌੜੀ ਦੇ ਵਿੱਚ ਵਿਸਥਾਰ ਨਾਲ ਸੰਸਾਰੀ ਜੀਵਾਂ ਨੂੰ ਸਮਝਾ ਰਹੇ ਹਨ। ਹਰ ਸਤ ਨਿਰੰਜਨ ਅਮਰ ਹੈ ਕਿ ਹੇ ਭਾਈ ਹਰੀ ਵਾਹਿਗੁਰੂ ਸੱਚ ਸਰੂਪ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਤੇ ਅਮਰ ਹੈ, ਮਰਨ ਤੋਂ ਰਹਿਤ ਹੈ। ਭਾਵ ਉਸ ਹਰੀ ਦਾ ਸਰੂਪ ਗੁਰੂ ਅਮਰਦਾਸ ਜੀ ਹਨ। ਨਿਰਭਉ ਨਿਰਵੈਰ ਨਿਰੰਕਾਰ। ਨਿਰਵੈਰ ਡਰ ਤੋਂ ਰਹਿਤ, ਨਿਰਵੈਰ ਬੈਰ ਤੋਂ ਰਹਿਤ ਤੇ ਨਿਰੰਕਾਰ ਆਕਾਰ ਤੋਂ ਰਹਿਤ ਹੈ। ਜਿਨ ਜਪਿਆ ਇੱਕ ਮਨ ਇੱਕ ਚਿੱਤ, ਜਿਨ੍ਹਾਂ ਨੇ ਇੱਕ ਮਨ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਇੱਕ ਅਦਵੈਤ ਰੂਪ ਚੇਤਨ ਪਰਮੇਸ਼ਰ ਨੂੰ ਇੱਕ ਮਨ ਇਕਾਗਰ ਮਨ ਹੋ ਕੇ ਜਪਿਆ ਹੈ। ਤਿੰਨ ਲੱਥਾ ਹਉਮੈ ਭਾਰ, ਉਹਨਾਂ ਦੇ ਅੰਦਰੋਂ ਦੇਹ ਦੀ ਹੰਗਤਾ ਦਾ, ਸਰੀਰ ਦੀ ਹੰਗਤਾ ਦਾ, ਹੰਕਾਰ ਦਾ, ਪਾਪਾਂ ਦਾ ਸਾਰਾ ਬੋਝ ਲੈ ਗਿਆ ਹੈ। ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦੇ ਅੰਦਰੋਂ ਇਸ ਦੇਹ ਦਾ ਹੰਗਤਾ ਦਾ ਹੰਕਾਰ ਹੈ ਜਿਹੜਾ, ਤੇ ਪਾਪਾਂ ਦਾ ਸਾਰਾ ਬੋਝ ਲੈ ਗਿਆ ਹੈ। ਜਿਨ ਗੁਰਮੁਖ ਹਰਿ ਅਰਾਧਿਆ, ਤਿਨ ਸੰਤ ਜਨਾ ਜੈਕਾਰ। ਜਿਨ੍ਹਾਂ ਸੰਤ ਜਨਾਂ ਨੇ
ਗੁਰਮੁਖ ਮੁਖੀ ਗੁਰਾਂ ਦੁਆਰਾ ਹਰੀ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਅਰਾਧਿਆ ਹੈ, ਯਾਦ ਕੀਤਾ ਹੈ। ਤਿੰਨ ਸੰਤ ਜਨਾ ਜੈਕਾਰ, ਉਹਨਾਂ ਸੰਤ ਜਨਾਂ ਨੂੰ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਹੈ ਕਿ ਜਿਨ੍ਹਾਂ ਸੰਤ ਜਨਾਂ ਨੇ ਮੁਖੀ ਗੁਰਾਂ ਦੁਆਰਾ ਹਰੀ ਵਾਹਿਗੁਰੂ ਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ, ਉਹਨਾਂ ਸੰਤ ਜਨਾਂ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਹੈ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਜਿਹੜਾ ਕੋਈ ਪੂਰਨ ਸਤਿਗੁਰੂ ਸਾਹਿਬ ਜੀ ਦੀ ਨਿੰਦਾ ਅਪਮਾਨਤਾ ਕਰਦਾ ਹੈ, ਤਿਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ, ਕਿ ਉਸ ਨੂੰ ਸਾਰਾ ਸੰਸਾਰ ਸਾਰਾ ਜਗਤ ਫਿੱਟ ਫਿੱਟ ਫਿੱਟੇ ਮੂੰਹ ਭਾਵ ਲਾਣਤਾ ਹੀ ਲਾਣਤਾ ਕਹਿੰਦਾ ਹੈ। ਉਸ ਦੇ ਫਿਟਕਾਰ ਜੋਗ ਕਰਮ ਹਨ, ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ। ਸਤਿਗੁਰ ਵਿੱਚ ਆਪ ਵਰਤਦਾ, ਕਿ ਸਤਿਗੁਰੂ ਸਾਹਿਬ ਵਿੱਚ ਆਪ ਹੀ ਅਕਾਲ ਪੁਰਖ ਪਰਮੇਸ਼ਰ ਵਰਤ ਰਿਹਾ ਹੈ। ਹਰ ਆਪੇ ਰੱਖਣਹਾਰ, ਅਤੇ ਆਪ ਹੀ ਹਰੀ ਵਾਹਿਗੁਰੂ ਰੱਖਣਹਾਰ ਰੱਖਿਆ ਕਰਨ ਵਾਲਾ ਹੈ। ਧੰਨ ਧੰਨ ਗੁਰੂ ਗੁਣ ਗਾਮਦਾ, ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਧੰਨਤਾ ਦੇ ਜੋਗ ਸ੍ਰੀ ਗੁਰੂ ਅਮਰਦਾਸ ਜੀ, ਜੋ ਪਰਮੇਸ਼ਰ ਦੇ ਗੁਣ ਸਿੱਖਾਂ ਨੂੰ ਗਾ ਕੇ ਦੱਸਦੇ ਹਨ। ਐਸੇ ਗੁਰਾਂ ਦੇ ਗੁਣਾਂ ਨੂੰ ਜੋ ਗਾਉਂਦੇ ਹਨ ਉਹ ਵੀ ਧੰਨ, ਤੇ ਅਜਿਹੇ ਸਤਿਗੁਰੂ ਜੀ ਵੀ ਧੰਨਤਾ ਦੇ ਯੋਗ ਹਨ। ਤਿਸ ਨੂੰ ਸਦਾ ਸਦਾ ਨਮਸਕਾਰ, ਕਿ ਉਸ ਸਤਿਗੁਰਾਂ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਨਿਮਰਤਾ ਨਾਲ ਸਾਡੀ ਨਮਸਕਾਰ ਹੈ, ਬੰਦਨਾ ਹੈ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਮੈਂ ਦਾਸ ਉਹਨਾਂ ਸਤਿਗੁਰਾਂ ਤੋਂ ਬਲਹਾਰ ਜਾਂਦਾ ਹਾਂ, ਜਿਨ੍ਹਾਂ ਨੇ ਅਜਿਹੇ ਸਿਰਜਣਹਾਰ ਰਚਨਹਾਰ